Good afternoon, everyone. Today we will discuss about the rights. I, Karamdeep Kaur, Assistant Professor in Political Science from Khalsa College for Women, Sidhma Kurd. So today we will going to start what are the human rights. So students, human rights, what are the rights? We are the human being and we need rights. So human rights, they are connected with duties. So firstly we will discuss what is the meaning of human rights. So human rights are those rights which are essential forms to live as human beings. Without human rights we cannot fully develop ourselves and uses human qualities, our intelligence and talent and our spirituality. So, beta, human rights, what are the rights? Rights are those demands which are important for the development of the human being. So, in Punjabi, we can say that human rights, ਮੰਗਾਂ ਜਿਹੜੇ ਰਾਈਟਸ ਹੁੰਦੇ ਨੇ ਉਹ ਉਚਿਤ ਮੰਗਾਂ ਹੁੰਦੀਆਂ ਨੇ ਜਿਹੜੀ ਕਿਸੇ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਹੁੰਦੀਆਂ ਨੇ। ਜੇਕਰ ਵਿਅਕਤੀ ਕੋਲ ਅਧਿਕਾਰ ਨਾ ਹੋਵੇ ਤਾਂ ਉਹ ਆਪਣੇ ਜੀਵਨ ਦਾ ਵਿਕਾਸ ਨਹੀਂ ਕਰ ਸਕਦਾ, ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਇਨਕਰੀਜ਼ ਨਹੀਂ ਕਰ ਸਕਦਾ। ਸੋ ਹਿਊਮਨ ਰਾਈਟਸ ਜਿਹੜੇ ਹੈਗੇ ਨੇ ਇਹ ਮਿਨੀਮਮ ਡਿਮਾਂਡਸ ਨੇ। ਮਿਨੀਮਮ ਡਿਮਾਂਡਸ ਮੀਨਸ ਅਸੈਂਸ਼ੀਅਲ ਡਿਮਾਂਡਸ ਮੀਨਸ ਜ਼ਰੂਰੀ ਮੰਗਾਂ ਨੇ, ਉਚਿਤ ਮੰਗਾਂ ਨੇ ਜੋ ਕਿਸੇ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਨੇ ਔਰ ਇਹ ਮੰਗਾਂ ਨੇ, ਇਹ ਦਾਅਵੇ ਨੇ ਜਿਹੜੇ ਵਿਅਕਤੀ ਦੇ ਸਟੈਂਡਰਡ ਆਫ ਲਿਵਿੰਗ ਨੂੰ, ਵਿਅਕਤੀ ਦੀ ਜੀਵਨ ਦੀ ਗੁਣਵੱਤਾ ਨੂੰ ਜਿਹੜੀਆਂ ਹੈਗੀਆਂ ਉਹ ਵਧਾਉਂਦੇ ਹਨ। ਇਹਦੇ ਦੋ ਤਰ੍ਹਾਂ ਦੇ ਐਸਪੈਕਟਸ ਹੁੰਦੇ ਨੇ, ਵਨ ਇਜ਼ ਦ ਪਰਸਨਲ ਐਂਡ ਅਦਰ ਇਜ਼ ਦ ਸੋਸ਼ਲ ਐਸਪੈਕਟ। ਪਰਸਨਲ ਐਸਪੈਕਟ ਦਾ ਅਰਥ ਹੁੰਦਾ ਹੈ ਕਿ ਜੋ ਵਿਅਕਤੀ ਦੇ ਨਾਲ ਰਿਲੇਟਡ ਹੈ, ਜੋ ਸਿਰਫ ਆਪਣੇ ਨਾਲ ਰਿਲੇਟਡ ਹੈ, ਲਾਈਕ ਉਹਦੇ ਕੰਮ ਕਰਨ ਦਾ ਅਧਿਕਾਰ ਹੋ ਗਿਆ, ਫੈਮਲੀਜ਼ ਬਣਾਉਣ ਦਾ ਅਧਿਕਾਰ ਹੋ ਗਿਆ, ਵਿੱਦਿਆ ਦਾ ਅਧਿਕਾਰ ਹੋ ਗਿਆ, ਠੀਕ, ਇਸ ਤਰ੍ਹਾਂ ਦੇ ਅਧਿਕਾਰ। ਅਤੇ ਦੂਸਰਾ ਹੁੰਦਾ ਸੋਸ਼ਲ ਐਸਪੈਕਟ। ਸੋਸ਼ਲ ਐਸਪੈਕਟਸ ਜਿਹੜੇ ਹੈਗੇ ਨੇ ਜਾਂ ਉਹ ਅਧਿਕਾਰ ਦਾ ਉਹ ਪੱਖ ਹੁੰਦਾ ਹੈ ਜੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਜ ਦੇ ਨਾਲ ਜੁੜਿਆ ਹੁੰਦਾ ਹੈ, ਜੋ ਸਮਾਜ ਦੇ ਵਿੱਚ ਵਿਚਰਦੇ ਹੋਏ ਵਿਅਕਤੀ ਆਪਣੇ ਅਧਿਕਾਰਾਂ ਦੀ ਜਿਹੜੀ ਹੈਗੀ ਆ ਉਹ ਪੂਰਤੀ ਕਰਦਾ ਹੈ। ਸੋ ਇਸ ਤੋਂ ਬਾਅਦ ਬੇਟਾ ਆਪਾਂ ਕਹਿੰਦੇ ਨੇਚਰ ਆਫ ਰਾਈਟਸ। ਜਿਹੜੇ ਰਾਈਟਸ ਨੇ ਉਹਨਾਂ ਦੀ ਕੀ ਕਰੈਕਟਰ ਸਕੈਚਿਸ ਨੇ, ਕੀ ਉਹਨਾਂ ਦੀ ਨੇਚਰ ਹੈ, ਕਿਸ ਤਰ੍ਹਾਂ ਦਾ ਉਹਨਾਂ ਦਾ ਸਰੂਪ ਹੈ ਸਾਡੇ ਰਾਈਟਸ ਦਾ। So firstly, rights are possible only in the society. So students, we can only enjoy the rights in the society or in the state, because ਜਿੱਥੇ state ਨਹੀਂ ਹੈ, ਜਿੱਥੇ society ਨਹੀਂ ਹੈ, ਉੱਥੇ ਉਹਨਾਂ ਅਧਿਕਾਰਾਂ ਦਾ ਕੋਈ ਵੀ ਮਤਲਬ ਨਹੀਂ ਰਹਿ ਜਾ ਸਕਦਾ। You suppose that if you are in jungle, if you are in forest, ਅਗਰ ਤੁਸੀਂ ਜੰਗਲ ਦੇ ਵਿੱਚ ਚਲੇ ਜਾਓ, ਠੀਕ ਹੈ, ਤਾਂ ਉੱਥੇ ਉਹਨਾਂ ਅਧਿਕਾਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਰਾਈਟਸ ਆਰ ਕਲੇਮ ਆਫ ਦ ਇੰਡੀਵਿਜੂਅਲ, ਜਿਵੇਂ ਵੀ ਆਪਾਂ ਪਹਿਲਾਂ ਦੱਸ ਚੁੱਕੇ ਨੇ। ਰਾਈਟਸ ਉਹ ਮੰਗਾਂ ਨੇ ਜੋ ਵਿਅਕਤੀ ਕਰਦਾ ਹੈ ਔਰ ਰਾਜ ਉਹਨੂੰ ਦਿੰਦਾ ਹੈ, ਯਾਨੀ ਕਿ ਵਿਅਕਤੀ ਦੁਆਰਾ ਮੰਗੀਆਂ ਜਾਂਦੀਆਂ ਨੇ ਅਤੇ ਕਿਸੇ ਸੰਸਥਾ ਦੁਆਰਾ ਔਰ ਸੋਸਾਇਟੀ ਦੁਆਰਾ ਉਹਨੂੰ ਪ੍ਰਮਾਣਿਤ ਕੀਤਾ ਜਾਂਦਾ ਹੈ। ਅਗਲਾ ਹੈ ਰਾਈਟਸ ਆਰ ਰੈਕੋਗਨਾਈਜ਼ਡ ਐਂਡ ਇਨਫੋਰਸਡ ਬਾਈ ਦੀ ਸਟੇਟ। ਅਧਿਕਾਰ ਲਈ ਰਾਜ ਦੀ ਮਾਨਤਾ ਜ਼ਰੂਰੀ ਹੁੰਦੀ ਹੈ। ਜਿਨ੍ਹਾਂ ਅਧਿਕਾਰਾਂ ਨੂੰ ਸਮਾਜ ਦੁਆਰਾ ਪ੍ਰਵਾਨ ਕਰ ਲਿੱਤਾ ਜਾਂਦਾ ਹੈ, ਰਾਜ ਉਹਨਾਂ ਅਧਿਕਾਰਾਂ ਨੂੰ ਕਾਨੂੰਨਾਂ ਦੁਆਰਾ ਨਿਸ਼ਚਿਤ ਕਰਦਾ ਹੈ ਔਰ ਉਹਨਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਸਜ਼ਾ ਵੀ ਦਿੰਦਾ ਹੈ। ਸੋ ਨੈਕਸਟ, ਰਾਈਟਸ ਆਰ ਰੈਕੋਗਨਾਈਜ਼ਡ ਬਾਈ ਦੀ ਸੋਸਾਇਟੀ। ਵਿਅਕਤੀ ਦੀ ਉਹ ਮੰਗ ਹੀ ਅਧਿਕਾਰ ਦਾ ਰੂਪ ਧਾਰਨ ਕਰ ਸਕਦੀ ਹੈ ਜਿਸ ਨੂੰ ਸਮਾਜ ਦੁਆਰਾ ਮਾਨਤਾ ਪ੍ਰਾਪਤ ਹੋ ਜਾਂਦੀ ਹੈ। ਜੇਕਰ ਸਮਾਜ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਮੰਨਦਾ ਤਾਂ ਅਧਿਕਾਰ ਜਿਹੜੇ ਹੈਗੇ ਨੇ ਉਹ ਰਿਕੋਗਨਾਈਜ਼ਡ ਨਹੀਂ ਕੀਤੇ ਜਾ ਸਕੇ, ਕਿਉਂਕਿ ਕਿਤੇ ਨਾ ਕਿਤੇ ਅਧਿਕਾਰਾਂ ਦਾ ਮੋਟੋ ਜਿਹੜਾ ਹੈਗਾ ਉਹ ਵਿਅਕਤੀ ਦੇ ਵਿਕਾਸ ਦੇ ਨਾਲ ਨਾਲ ਸਮਾਜ ਦੇ ਵਿਕਾਸ ਦੇ ਨਾਲ ਵੀ ਜੁੜਿਆ ਹੁੰਦਾ ਹੈ। ਰਾਈਟਸ ਆਰ ਨਾਟ ਐਬਸੋਲੂਟ। ਅਧਿਕਾਰ ਕਦੀ ਵੀ ਅਸੀਮਿਤ ਨਹੀਂ ਹੁੰਦੇ। ਦੇ ਆਰ ਕਨੈਕਟਡ ਵਿਦ ਦ ਡਿਊਟੀਜ਼। ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰ ਇੱਕ ਅਧਿਕਾਰ ਜਿਹੜਾ ਹੈਗਾ ਉਹ ਡਿਊਟੀਜ਼ ਦੇ ਨਾਲ ਜੁੜਿਆ ਹੁੰਦਾ ਹੈ। ਅਸੀਂ ਉਹੀ ਅਧਿਕਾਰ ਮਾਣ ਸਕਦੇ ਹਾਂ ਜੋ ਸਮਾਜ ਦੁਆਰਾ ਪ੍ਰਮਾਣਿਤ ਹੋਣ ਔਰ ਰਾਜ ਜਿਨ੍ਹਾਂ ਦੀ ਰਾਖੀ ਕਰਦਾ ਹੈ। ਅਸੀਂ ਆਪਣੇ ਅਧਿਕਾਰਾਂ ਦਾ ਪ੍ਰਯੋਗ ਸਮਾਜਿਕ ਹਿੱਤਾਂ ਦੇ ਵਿਰੁੱਧ ਨਹੀਂ ਕਰ ਸਕਦੇ।
यानी कि यू सपोज दैट इफ आई हैव राइट टू इंजॉय माई म्यूजिक, ठीक है, किसी भी तरह का म्यूजिक जोड़ा है मैं सुन सकती हाँ, और किसी दूसरे पर्सन का अधिकार है कि कोई भी किताब वो पढ़ सकता है। सो वैन आई इंजॉय माई राइट, जो मैं अपने अधिकार का इंजॉय कर रही हाँ, जो अपने अधिकार को इंजॉय कर रही हाँ, मैनू उन्होंने चीज़ों का ध्यान रखना पएगा कि मेरे सामने वाले परसन की जोड़ा अधिकार है वो हर्ट ना होवे। सो अधिकार किसी ना किसी तरीके दे नाल करतव्यां दे नाल जुड़े होंदे ने और लिमिटेशन जिहड़ियां हैगियां हर अधिकार दे उत्ते होंदियां ने। दैन राइट्स आर इक्वल फॉर ऑल। सो कोई भी परसन, कोई भी इंसान, चाहे वो किसी भी रंग, जाति, धर्म या नस्ल का होवे, किसी भी तरीके का होवे, अधिकार सब दे लई सन्मानित है, सब दे लई इक्वल ने। हर एक व्यक्ति चाहे कोई भी है, वो किसी भी धर्म, रंग, जाति या नस्ल का होवे, अधिकार सब दे लई बराबर होंदे ने। राइट्स आर बॉन्ड विद द ड्यूटीज, जिवें आपां प्रीवियस गल कीती है कि राइट्स हमेशा ही ड्यूटीज दे नाल जुड़े होंदे ने। अगर मेरा अधिकार है कि मैं किते भी घूम फिर सकती हाँ, बट इट डजन मीन कि मैं सड़क के विचों विच चलना शुरू कर देवां। इहदे नाल की होगा कि मैं तो अपना राइट्स इंजॉय कर लूँगी, लेकिन जिहड़े मेरे सामने वाले दा राइट है वो हर्ट होएगा। सो दिस मीनस आई मीन टू से दैट कि अधिकार, हर एक अधिकार, छोटे तो छोटा, वड्डे तो वड्डा अधिकार हैगा, वो किसी ना किसी रूप दे नाल, कर्तव्य दे नाल जुड़िया हुंदा है। राइट्स कीप ऑन चेंजिंग विद द टाइम। सो राइट्स जिहड़े हैगे ने ਇਹ टाइम के नाल जिहड़े हैगे ने वो चेंज होंदे रहिंदे ने, समय के अनुसार बदलते रहते हैं। लाइक अगर कोई जिमें दी भी सरकार होएगी, जिमें दी भी डिक्टेटरशिप होएगी, लाइक जदों साडा देश आज़ाद होया उदों साडियां मंगां कुछ होर सीगियां, हुण साडियां मंगां कुछ होर है, और आउण वाले टाइम दे विच हो सकदा साडियां मंगां कुछ होर होण। तो राइट्स जिहड़े हैगे ने ये रिजिड नहीं हैगे, ये टाइम के नाल जिहड़े हैगे सिचुएशन के अनुसार जिहड़े हैगे ने बदलते रहंदे ने। then rights can be used for the social goods। right हमेशा ही ਜਿਹੜੀਆਂ ਹੈਗੀਆਂ ਉਹ ਮੰਗਾਂ ਹੁੰਦੀਆਂ ਨੇ ਜੋ ਸੈਲਫਿਸ਼ਨੈਸ ਦੇ ਨਾਲ ਨਹੀਂ ਜੁੜੀਆਂ ਹੁੰਦੀਆਂ, ਜੋ ਸੈਲਫਿਸ਼ ਨਹੀਂ ਹੁੰਦੀਆਂ, ਬਲਕਿ ਕਿਤੇ ਨਾ ਕਿਤੇ ਇਹਨਾਂ ਦਾ ਮੋਟੋ ਜਿਹੜਾ ਹੈਗਾ ਆਪਣੇ ਵਿਕਾਸ ਦੇ ਨਾਲ ਸਰਕਾਰ ਦਾ ਜਾਂ ਸਟੇਟ ਦਾ ਜਿਹੜਾ ਹੈਗਾ ਵਿਕਾਸ ਕਰਨਾ ਜ਼ਰੂਰੀ ਹੁੰਦਾ ਹੈ। ਰਾਈਟਸ ਆਰ ਮੋਰਲ ਔਰ ਰਿਸਪੌਂਸਿਬਲ। ਮੰਗਾਂ ਹਮੇਸ਼ਾ ਹੀ उचित होंदियां ने, वो उचित मंगां जिन्हां नूं सरकार जिहड़ी हैगी है, जिन्हां नूं रज जिहड़ा हैगा प्रमाणित करता है, और वही मंगां प्रमाणित होंदियां ने जिहड़ियां नैतिक होण, मॉरल होण, उचित होण, लेजिबल होण और रीजनेबल होण। उन्हां दे पिछे कोई ना कोई तर्क जिहड़ा हैगा वो जरूर छुपिया हुंदा है। वेलफेयर नेचर ऑफ द राइट्स, या राइट्स का जिहड़ा मेन मोटो हुंदा है वो वेलफेयर हुंदा है, चाहे वो कोई इंडिविजुअल है, चाहे वो कोई सोसाइटी है। सो these are the nature of rights। so next we will discuss about the classification of rights। किन्ने तरह के अधिकार होंदे ने, किहड़े-किहड़े अधिकार होंदे ने ते उन्हां दी क्लासिफिकेशन की है। नंबर 1 राइट नैचुरल राइट। नैचुरल राइट्स होंदे ने जिन्हों पंजाबी च आपां कुदरती अधिकार कहते हैं। कुदरती अधिकार वो अधिकार जो सानू कुदरत वालों मिले हैं, जो सानू नेचर प्रवान करता है। जॉन लॉक, सब तो पहला जॉन लॉक सीगा जिसने नैचुरल राइट की गल की सी। उन्हें आपां नूं 3 तरह के अधिकार जिहड़े सीगे दिते सीगे। किहड़े सीगे अधिकार? राइट टू लाइफ, लिबर्टी एंड प्रॉपर्टी। सो दीज आर द राइट्स विच आर गिवन बाय द लॉक। राइट टू लाइफ, लिबर्टी एंड प्रॉपर्टी। सो कुदरती अधिकार वो नहीं जो सानू कोई कुदरत दिंदा है, किसी संस्था वालों प्रवान नहीं होंदे। नैक्सट है जी मॉरल राइट्स। मॉरल राइट्स किहड़े हुंदे ने? जो साडी नैतिकता ते आधारित हुंदे ने। इन्हां दे पिछे कोई जबरी शक्ति नहीं हुंदी, लीगल नहीं हुंदी। मॉरल राइट्स वो जो तुहाडी इंटरनल इंट्यूशनस तुहानूं कहंदियां ने, लाइक माँ प्यो की सेवा करना, वड्डियां दा सत्कार करना, राष्ट्रीय झंडे का सन्मान करना, ये सारे जिहड़े राइट्स ने दीज आर दी मॉरल राइट्स जो तुहानूं जिहड़े हैगे ने नैतिकता के आधार ते मिले हुंदे ने। नैक्सट है जी लीगल राइट्स। लीगल राइट्स वो कानूनी अधिकार जो कानून दे नाल जुड़े होंदे ने, जिहड़े राज्य द्वारा प्रमाण किए जाते हैं, और अदालतां जिहड़ियां हैगियां इन्हां दी राखी करता है, और इन्हां नूं तोड़न वाले नूं जिहड़ी हैगी वो सज़ा दित्ती जाती है। तो लीगल राइट्स आर दोज विच आर गिवन बाय दी स्टेट और प्रोटेक्टेड बाय दी लॉ। सो किहड़े-किहड़े सानू लीगल राइट्स किहड़े-किहड़े ने? सिविल राइट्स, पोलिटिकल राइट्स एंड इकनॉमिकल राइट्स। सिविल राइट्स वो जो सानू देश का नागरिक होने के नाते मिलते हैं, लाइक किते भी घूमन फिरन का अधिकार, खाण पीन का अधिकार, मैरिज करन का अधिकार,
ਪੋਲੀਟੀਕਲ ਰਾਈਟਸ ਦੋਜ਼ ਵਿਚ ਆਰ ਬੇਸਡ ਔਨ ਦੀ ਪੋਲੀਟੀਕਲ, ਲਾਈਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਮਿਲੇ ਹੈ ਵੋਟ ਪਾਉਣ ਦਾ ਅਧਿਕਾਰ, ਸਰਕਾਰ ਚੁਣਨ ਦਾ ਅਧਿਕਾਰ, ਸਰਕਾਰ ਦੀ ਨਿੰਦਾ ਕਰਨ ਦਾ ਅਧਿਕਾਰ, ਸੰਘ ਬਣਾਉਣ ਦਾ ਅਧਿਕਾਰ, ਕਿਸੇ ਵੀ ਐਸੋਸੀਏਸ਼ਨ ਵਿੱਚ ਪਾਰਟਿਸਿਪੇਟ ਕਰਨ ਦਾ ਅਧਿਕਾਰ, ਪ੍ਰੈਸ਼ਰ ਗਰੁੱਪ ਬਣਾਉਣ ਦਾ ਅਧਿਕਾਰ। ਸੋ ਦੀਜ਼ ਆਰ ਦੀ ਪੋਲੀਟੀਕਲ ਰਾਈਟ। ਇਲੈਕਸ਼ਨ ਲੜਨ ਦਾ ਅਧਿਕਾਰ। ਸੋ ਇਹ ਜਿਹੜੇ ਹੈਗੇ ਨੇ ਪੋਲੀਟੀਕਲ ਰਾਈਟਸ, ਜਿਹੜੇ ਕਿਤੇ ਨਾ ਕਿਤੇ ਪੋਲੀਟਿਕਸ ਦੇ ਨਾਲ ਜੁੜੇ ਹੁੰਦੇ ਨੇ। ਐਂਡ ਵਾਟ ਆਰ ਦੀ ਇਕਨੋਮਿਕਲ ਰਾਈਟ, ਵਿਚ ਆਰ ਰਿਲੇਟਡ ਵਿਦ ਦ ਵੈਲਥ, ਵਿਚ ਆਰ ਰਿਲੇਟਡ ਵਿਦ ਅਰਨਿੰਗ ਮਨੀ, ਯਾਨੀ ਕਿ ਕੰਮ ਕਰਨ ਦਾ ਅਧਿਕਾਰ, ਕੰਮ ਦੇ ਉਚਿਤ ਘੰਟਿਆਂ ਦਾ ਅਧਿਕਾਰ, ਜੇ ਤੁਸੀਂ ਓਵਰ ਟਾਈਮ ਕਰਦੇ ਹੋ ਤਾਂ ਉਸ ਓਵਰ ਟਾਈਮ ਦੇ ਪੈਸਿਆਂ ਦਾ ਅਧਿਕਾਰ, ਰੋਜ਼ਗਾਰ ਕਮਾਉਣ ਦਾ ਅਧਿਕਾਰ, ਜੋ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਪੈਸੇ ਦੇ ਨਾਲ ਜੁੜੇ ਹੁੰਦੇ ਨੇ। ਸੋ ਦੀਜ਼ ਆਰ ਦੀ ਰਾਈਟਸ, ਲੀਗਲ ਰਾਈਟਸ। ਠੀਕ ਹੈ, ਅਗਲਾ ਹੈ ਜੀ ਫੰਡਾਮੈਂਟਲ ਰਾਈਟਸ। ਵੈਰੀ ਇੰਪੋਰਟੈਂਟ। ਫੰਡਾਮੈਂਟਲ ਰਾਈਟਸ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਵੈਲਿਊ ਹੈ। ਸੋ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਕਿਹੜੇ ਰਾਈਟਸ ਨੇ? ਫੰਡਾਮੈਂਟਲ ਰਾਈਟਸ ਆਰ ਅਸੈਂਸ਼ੀਅਲ ਹਿਊਮਨ ਰਾਈਟਸ ਦੈਟ ਆਰ ਆਫਰਡ ਟੂ ਐਵਰੀ ਸਿਟੀਜ਼ਨ ਇਨਰਿਸਪੈਕਟਿਵ ਆਫ ਕਾਸਟ, ਰੇਸ, ਕ੍ਰੀਡ, place or birth, religion or gender। ਸੋ ਬੇਸਿਕਲੀ ਫੰਡਾਮੈਂਟਲ ਰਾਈਟਸ ਉਹ ਮੌਲਿਕ ਅਧਿਕਾਰ ਹੁੰਦੇ ਨੇ ਜੋ ਤੁਹਾਡੇ ਦੇਸ਼ ਦਾ ਕੌਨਸਟੀਟਿਊਸ਼ਨ ਤੁਹਾਨੂੰ ਦਿੰਦਾ ਹੈ। ਔਰ ਇਹ ਜਿਹੜੇ ਹੈਗੇ ਨੇ, ਜਦੋਂ ਫੰਡਾਮੈਂਟਲ ਰਾਈਟਸ ਦਿੱਤੇ ਜਾਂਦੇ ਨੇ ਤਾਂ ਇੰਡੀਵਿਜੂਅਲ ਦੇ ਨਾਲ ਕਿਸੇ ਵੀ ਰੰਗ, ਜਾਤੀ, ਧਰਮ ਜਾਂ ਨਸਲ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਾਡੇ ਇੰਡੀਆ ਦੇ ਵਿੱਚ ਫੰਡਾਮੈਂਟਲ ਰਾਈਟਸ ਚੈਪਟਰ ਨੰਬਰ 3 ਦੇ ਵਿੱਚ ਆਰਟੀਕਲ ਨੰਬਰ 12 to 35 ਸਾਨੂੰ ਮਿਲੇ ਹੋਏ ਨੇ। ਯਾਨੀ ਕਿ ਫੰਡਾਮੈਂਟਲ ਰਾਈਟਸ ਉਹ ਰਾਈਟਸ ਨੇ ਜੋ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਤੁਹਾਡੇ ਦੇਸ਼ ਦਾ ਕੌਨਸਟੀਟਿਊਸ਼ਨ ਜਿਹੜਾ ਹੈਗਾ ਪ੍ਰੋਵਾਈਡ ਕਰਦਾ ਹੈ। ਜਿਵੇਂ ਸਾਨੂੰ ਕਿਹੜੇ ਕਿਹੜੇ ਅਧਿਕਾਰ ਮਿਲੇ ਨੇ? ਰਾਈਟਸ ਟੂ ਇਕੁਆਲਿਟੀ, everybody is equal before the law or everybody is equal, there is no discrimination on the caste, color or sex, right to freedom and right to against exploitation, right to freedom of religion, cultural and educational rights, right to constitutional remedies। so these are the fundamental rights which are given by your Indian constitutions। so ਇਸ ਤੋਂ ਬਾਅਦ ਜਿਹੜੇ ਹੈਗੇ ਨੇ ਇਹਨਾਂ ਦੀ ਐਕਸਪਲੇਨੇਸ਼ਨ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ।